कमेंट किए हैं। सर हाउ टू सॉल्व अंडरस्टैंडिंग प्रॉब्लम इन आर्ट्स बिकॉज आई एम फ्रॉम पंजाब बोर्ड। पंजाबी सुन के मज़ा आ गया। सारे सारे कमेंट यार पंजाबी चाहे हुए हैं। सर कितने पता नहीं कितने खड़े सर। ਬਰਾਦਾ ਬੱਚੇ ਦਾ ਪੇਪਰ ਇਹ ਕਲੀਅਰ ਖੜੇ ਹੋਣਾ ਸਰ। ਚਾਹੀਦਾ। ਫੀਸ ਫੂਸ ਦੀ ਕੋਈ ਗੱਲ ਨਹੀਂ, ਆਉਂਦੀ ਜਾਂਦੀ ਰਹਿੰਦੀ। सर जी ਤੁਸੀਂ ਪਿਛਲੀ ਵੀਡੀਓ ਦੇਖੀ ਉੱਥੇ ਕੀ ਕਮੈਂਟ ਆ ਰਹੇ ਆ? ਨਹੀਂ ਯਾਰ, ਮੈਂ ਪਹਿਲੇ 2 ਦਿਨ ਦੇਖੀ ਸੀ, ਬਾਅਦ 'ਚ ਨਹੀਂ ਦੇਖੀ। ਨਿਆਣੇ ਕਹੀ ਜਾਂਦੇ ਵੀ ਉੱਥੇ ਇਸ ਟਾਈਮ ਤੇ ਹੋਰ ਵੀਡੀਓ ਨਹੀਂ ਆਣੀ ਪੰਜਾਬੀ 'ਚ। ਆਹੋ ਯਾਰ, ਗੱਲ ਤਾਂ ਠੀਕ ਹੈ ਪਰ ਠੰਡੀ ਵਾਲੀ ਹੋ ਗਈ ਯਾਰ, ਜੀ ਨਹੀਂ ਕਰਦਾ ਕੰਮ ਕਰਨ ਦਾ। ਨਾਲੇ ਸੋਨਮ ਮੈਡਮ ਵੀ ਕਹੀ ਜਾਂਦੇ ਆ ਬਸ ਇਹਨਾਂ ਨੇ 4 ਹੀ ਵੀਡੀਓ ਬਣਾਉਣੀ ਸੀਗੀ। ਅੱਛਾ, ਇਦਾਂ ਦੀ ਗੱਲ ਹੈ। ਹਾਂ ਜੀ ਇਦਾਂ ਹੀ ਕਹਿੰਦੇ ਸੀਗੇ। ਚੱਲ ਪਾਓ ਫਿਰ ਚੱਲੀਏ। ਸੋ ਬੜਾ ਗਾਹ ਪਾਇਆ ਯਾਰ ਕਮੈਂਟਾਂ 'ਚ, ਤੁਸੀਂ ਕਹਿੰਦੇ ਵੀਡੀਓ ਚਾਹੀਦੀ ਪੰਜਾਬੀ ਦੇ ਵਿੱਚ, ਵੀਡੀਓ ਚਾਹੀਦੀ ਹੈ। ਸੋ ਲਓ ਆ ਗਈ ਤੁਹਾਡੀ ਪੰਜਾਬੀ ਦੀ ਵੀਡੀਓ। ਹੁਣ ਇਹਦੇ ਵਿੱਚ ਟੌਪਿਕ ਵੀ ਆਪਾਂ ਉਹੀ ਲੈ ਲੈਂਦੇ ਹਾਂ। ਕਮੈਂਟਸ ਦੇ ਵਿੱਚ ਬੜੇ ਬੱਚਿਆਂ ਨੇ ਕਿਹਾ ਹੋਇਆ ਲਿਸਟ ਆਫ ਹੈਡਿੰਗ ਬੜਾ ਔਖਾ ਲੱਗਦਾ ਹੈ, ਲਿਸਟ ਆਫ ਹੈਡਿੰਗ ਦਾ ਸੌਖਾ ਤਰੀਕਾ ਦੱਸ ਦਿਓ, ਉਹਦੀ ਵੀਡੀਓ ਚਾਹੀਦੀ ਹੈ। ਸੋ ਲਿਸਟ ਆਫ ਹੈਡਿੰਗ ਹੀ ਕਰਦੇ ਹਾਂ ਅੱਜ ਆਪਾਂ। ਲਿਸਟ ਆਫ ਹੈਡਿੰਗ ਇੱਕ ਇਹੋ ਜਿਹੀ ਚੀਜ਼ ਹੈ, ਜੇ ਤੁਸੀਂ ਇਹਨੂੰ ਚੰਗੇ ਤਰੀਕੇ ਨਾਲ ਇੱਕ ਵਾਰੀ ਸਮਝ ਲਿਆ ਕਿ ਕਿਵੇਂ ਕਰਨਾ, ਤਾਂ ਤੁਹਾਡੇ ਉਸਦੇ ਅੱਗੇ ਵਾਲੇ ਵੀ ਸਾਰੇ ਕੁਐਸਚਨ ਸੋਲਵ ਹੋ ਜਾਂਦੇ ਆ। ਜੇ ਤੁਸੀਂ ਮੇਰੀ ਪਿਛਲੀ ਵੀਡੀਓ ਨਹੀਂ ਦੇਖੀ, ਉਹਦੇ 'ਚ ਵੀ ਮੈਂ ਐਕਸਪਲੇਨ ਕੀਤਾ ਸੀ ਕਿ ਇਦਾਂ ਕਿਉਂ ਹੁੰਦਾ। ਸੋ ਆਪਾਂ ਇਦਾਂ ਕਰਦੇ ਹਾਂ, ਇਦਾਂ ਕੈਮਰੇ ਦੇ ਸਾਹਮਣੇ ਗੱਲਾਂ ਬਾਤਾਂ ਬਹੁਤ ਹੋ ਗਈਆਂ, ਮੈਂ ਤੁਹਾਨੂੰ ਸੋਲਵ ਵੀ ਕਰਕੇ ਦਿਖਾਉਣਾ ਕਿ ਮੈਂ ਕਿੱਦਾਂ ਸੋਲਵ ਕਰਦਾ, ਤੇ ਤੁਸੀਂ ਜੇ ਇਦਾਂ ਸੋਲਵ ਕਰੋਗੇ ਤਾਂ ਤੁਹਾਡੇ 7 ਬੈਂਡ ਪੱਕੇ ਆ। ਸੋ ਇਹ ਰੀਡਿੰਗ ਕੱਢੀ ਹੈ ਮੈਂ, ਇੱਕ ਕੈਮਬਰਿਜ ਦੀ ਬੁੱਕ ਲਈ ਹੈ। ਮੈਨੂੰ ਪਤਾ ਨਹੀਂ ਪਹਿਲਾਂ ਇਹ ਕਿਹੜੀ ਰੀਡਿੰਗ ਹੈ, ਮੈਂ ਸੋਲਵ ਨਹੀਂ ਕੀਤੀ। ਤੁਹਾਡੇ ਸਾਹਮਣੇ ਨਾਲ ਦੀ ਨਾਲ ਹੀ ਸੋਲਵ ਕਰੂੰਗਾ, ਤਾਂ ਥੋੜੀ ਜਿਹੀ ਸਲੋ ਹੋਊਗੀ, ਪਰ ਤੁਹਾਨੂੰ ਮੇਰਾ ਮੈਥਡ ਪਤਾ ਲੱਗੂਗਾ ਕਿ ਮੈਂ ਕਿੱਦਾਂ ਸੋਲਵ ਕਰਦਾ, ਤੇ ਇਦਾਂ ਹੀ ਤੁਸੀਂ ਸੋਲਵ ਕਰਨੀ ਹੈ। ਸੋ ਇੱਕ ਰੀਡਿੰਗ ਆਪਣੇ ਕੋਲ ਕੋਈ, ਦ ਗਰੋਥ ਆਫ ਬਾਈਕ ਸ਼ੇਅਰਿੰਗ ਸਕੀਮਸ ਅਰਾਊਂਡ ਦ ਵਰਲਡ। ਹੁਣ ਆ ਦੇਖੋ ABCD ਜਿੱਦਾਂ ਲਿਖਿਆ ਹੋਇਆ, ਆਪਾਂ ਨੂੰ ਪਤਾ ਲੱਗ ਗਿਆ ਪਹਿਲਾਂ ਹੀ ਕਿ ਇਹਦੇ ਵਿੱਚ ਲਿਸਟ ਆਫ ਹੈਡਿੰਗ ਆਉਣੇ ਆ ਅੱਗੇ। ਲਿਸਟ ਆਫ ਹੈਡਿੰਗ ਇਹਦੇ ਪਹਿਲਾਂ ਹੀ ਆ ਗਿਆ। ਹੁਣ ਦੇਖੋ ਇੱਕ ਚੀਜ਼ ਹੈ, ਜਿੱਦਾਂ ਇਹਨੇ ਤਾਂ ਪਹਿਲਾਂ ਹੀ ਦੇ ਦਿੱਤੇ, ਚਲੋ 14 to 18 ਹੀ ਕੁਐਸਚਨ ਦੇ ਦਿੱਤੇ ਲਿਸਟ ਆਫ ਹੈਡਿੰਗ ਦੇ। ਜੇ ਇੱਥੇ ਨਾ ਦਿੱਤੇ ਹੋਣ, ਇਸ ਦੇ ਅੱਗੇ ਇਹਦੇ ਵਿੱਚ ਕੁਐਸਚਨ ਹੈ ਆਪਣੇ ਕੋਲ ਅਲੱਗ ਟਾਈਪ ਹੈ। ਸੋ ਇਹ ਕੁਐਸਚਨ ਟਾਈਪ ਨਹੀਂ ਆਪਾਂ ਕਰਨਾ, ਮਤਲਬ ਜੇ ਆਪਣੇ ਕੋਲ ਕੋਈ ਵੀ ਹੋਰ ਕੁਐਸਚਨ ਟਾਈਪ ਦਿੱਤਾ ਹੋਇਆ ਪੈਸੇਜ ਦੇ ਵਿੱਚ, ਆਪਾਂ ਪਹਿਲਾਂ ਲਿਸਟ ਆਫ ਹੈਡਿੰਗ ਕੱਢਣੇ ਆ, ਉਹਨੂੰ ਸੋਲਵ ਕਰਨਾ ਹੈ, ਫਿਰ ਕੋਈ ਵੀ ਕੁਐਸਚਨ ਟਾਈਪ ਸੋਲਵ ਕਰਨਾ ਹੈ, ਤਾਂ ਹੀ ਉਹ ਈਜ਼ੀ ਹੋਊਗਾ। ਜਿਹੜਾ ਮੈਂ ਕਹਿ ਰਿਹਾ ਸੀ ਕਿ 7 ਬੈਂਡ ਤੁਹਾਡੇ ਪੱਕੇ ਹੈ। ਲਿਸਟ ਆਫ ਹੈਡਿੰਗ 'ਚ ਆਪਾਂ ਇੱਕ ਵਾਰੀ ਇੱਕ ਨਜ਼ਰ ਮਾਰਨੀ ਹੈ। ਸਭ ਤੋਂ ਪਹਿਲਾਂ ਕੁਐਸਚਨਸ ਦੇ ਵਿੱਚ ਕੁਐਸਚਨ ਆਪਾਂ ਨੂੰ ਕਹਿੰਦਾ ਅ ਡਿਸਕ੍ਰਿਪਸ਼ਨ ਆਫ ਹਾਊ ਪੀਪਲ ਮਿਸਯੂਜ਼ਡ ਅ ਬਾਈਕ ਸ਼ੇਅਰਿੰਗ ਸਕੀਮ, ਐਨ ਐਕਸਪਲੇਨੇਸ਼ਨ ਆਫ ਵਾਈ ਅ ਪ੍ਰਪੋਜ਼ਡ ਬਾਈਕ ਸ਼ੇਅਰਿੰਗ ਸਕੀਮ ਵਾਸ ਟਰਨਡ ਡਾਊਨ, a reference to a person being unable to profit from their work, an explanation of the potential savings a bike sharing scheme would bring, a reference to the problems a bike sharing scheme was intended to solve. So questions ਦੇਖ ਕੇ ਆਪਾਂ ਨੂੰ ਪਤਾ ਲੱਗ ਰਿਹਾ ਕਿ ਆਪਾਂ ਕੁਝ ਇਦਾਂ ਦਾ ਕਰਨਾ ਹੈ ਕਿ ਬਾਈਕ ਸ਼ੇਅਰਿੰਗ ਦਾ ਕੋਈ ਇੱਕ ਸਕੀਮ ਹੈ, ਉਹ ਸਕੀਮ ਦੀਆਂ ਪ੍ਰੋਬਲਮਸ ਕੀ ਹੈ, ਉਹ ਕਿਉਂ ਲਿਆਂਦੀ ਗਈ ਸੀ, ਤੇ ਕੀ ਉਹਦੇ ਫਾਇਦੇ ਹੋਏ, ਕਿੰਨਾ ਫਾਈਨੈਂਸ਼ੀਅਲ ਫਾਇਦਾ ਸੀ ਉਹਦਾ, ਇਦਾਂ ਦਾ ਕੁਝ ਆਪਾਂ ਨੂੰ ਪੈਸੇ ਦੇ ਵਿੱਚ ਮਿਲੂਗਾ। ਇਹ ਆਪਾਂ ਨੂੰ ਆਈਡੀਆ ਮਿਲ ਗਿਆ ਕੁਐਸਚਨ ਦੇਖ ਕੇ। ਚਲੋ ਚੱਲਦੇ ਹਾਂ ਪੈਸੇਜ ਦੇ ਵਿੱਚ ਵਾਪਸ। ਤੇ ਪਹਿਲਾ ਪੈਸੇਜ ਹੁਣ ਤੁਸੀਂ ਇਦਾਂ ਨਹੀਂ ਕਰਨਾ, ਵਿੱਚੋਂ ਨਹੀਂ ਕਰਨਾ ਕੁਝ। ਆਪਾਂ ਪਹਿਲਾ ਪੈਸੇਜ ਪੜ੍ਹਦੇ ਹਾਂ, ਪਹਿਲਾ ਪੈਰਾਗ੍ਰਾਫ ਪੜ੍ਹਦੇ ਹਾਂ ਪੂਰਾ। The original idea for an urban bike sharing scheme dates back to a summer's day in Amsterdam in 1965. ਕਹਿੰਦਾ ਕਿ ਜਿਹੜਾ ਸਭ ਤੋਂ ਪਹਿਲਾਂ ਬਾਈਕ ਸ਼ੇਅਰਿੰਗ ਸਕੀਮ ਸ਼ੁਰੂ ਹੋਈ ਸੀ ਐਮਸਟਰਡਮ 'ਚ ਹੋਈ ਸੀ 1965 ਦੇ ਵਿੱਚ। The organization that came up with the idea was a group of Dutch activists who wanted to change society. ਹੁਣ ਇੱਕ ਗੱਲ ਹੋਰ ਦੱਸਾਂ ਤੁਹਾਨੂੰ, ਕੋਈ ਇੱਕ ਅੱਧਾ ਕੋਈ ਵਰਡ ਨਹੀਂ ਸਮਝ ਲੱਗਦਾ ਕਿਸੇ ਰੀਡਿੰਗ ਦੇ ਵਿੱਚ, ਤਾਂ ਉਸ ਵਰਡ ਦੇ ਵਿੱਚ ਅੜੇ ਨਹੀਂ ਰਹਿਣਾ ਆਪਾਂ, ਉਹ ਵਰਡ ਨੂੰ ਛੱਡ ਕੇ ਅੱਗੇ ਤੁਰ ਪੈਣਾ। ਜਿਵੇਂ ਕਿ ਇੱਥੇ ਆ ਪ੍ਰੋ ਵਰਡ, ਇਹ ਕਿਸੇ ਨੂੰ ਨਹੀਂ ਸਮਝ ਲੱਗਣਾ, ਮੈਨੂੰ ਵੀ ਨਹੀਂ ਸਮਝ ਲੱਗਾ ਜਿਹੜੀ ਸੱਚੀ ਗੱਲ ਤੁਹਾਨੂੰ ਦੱਸਾਂ, ਪਰ ਪ੍ਰੋ ਦਾ ਕੋਈ ਮਤਲਬ ਨਹੀਂ ਹੈ ਇੱਥੇ, ਆਪਾਂ ਅੱਗੇ ਤੁਰ ਪਏ। ਇਹਦਾ ਕਹਿਣ ਦਾ ਮਤਲਬ ਹੈ, ਇਸ ਸੈਂਟੈਂਸ ਦਾ ਮਤਲਬ ਕੀ ਹੈ ਕਿ ਕੁਝ ਡੱਚ ਐਕਟਿਵਿਸਟ ਸੀਗੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਆਈਡੀਆ ਕੋਇਨ ਕੀਤਾ ਸੀ। ਸੋ ਬਸ ਇੰਨਾ ਮਤਲਬ ਹੈ। They believed the scheme, which was known as White Fits Plan. So ਇਹ ਕੋਈ ਡੱਚ ਨੇਮ ਹੈ, ਇਸ ਸਕੀਮ ਦਾ ਨਾਮ ਸੀਗਾ White Fits Plan. So was an answer to the perceived threats of air pollution and consumerism. ਉਹ ਕਹਿੰਦੇ ਵੀ ਬਾਈਕ ਸ਼ੇਅਰਿੰਗ ਸਕੀਮ ਜੇ ਲਾਂਚ ਕਰਾਂਗੇ ਤਾਂ 에ਅਰ ਪੋਲਿਊਸ਼ਨ ਘਟੂਗਾ ਤੇ ਕੰਜ਼ਿਊਮਰਿਜ਼ਮ ਘਟੂਗਾ। In the center of Amsterdam, they painted a small number of used bikes white. They also distributed leaflets describing the dangers of cars and inviting people to use the white bikes. The bikes were then left unlocked at various locations around the city
ਟੂ ਬੀ ਯੂਜ਼ਡ ਬਾਈ ਐਨੀਵਨ ਇਨ ਨੀਡ ਆਫ ਟਰਾਂਸਪੋਰਟ। ਸੋ ਕਹਿੰਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਟਰਾਇਲ ਲਾਂਚ ਕੀਤਾ ਉਹਦੇ ਲਈ ਉਹਨਾਂ ਨੇ ਕੁਝ ਸਾਈਕਲ ਲਏ, ਉਹਨਾਂ ਦੇ ਉੱਪਰ ਵਾਈਟ ਪੇਂਟ ਕਰਤਾ ਤੇ ਸ਼ਹਿਰ ਦੀ ਵੱਖ-ਵੱਖ ਜਗ੍ਹਾ ਦੇ ਉੱਪਰ ਰੱਖਤਾ। ਜੇ ਤੁਹਾਨੂੰ ਪਤਾ ਹੋਊਗਾ, ਕਿਸੇ ਨੇ ਸੁਣਿਆ ਹੋਵੇ ਤਾਂ ਪਿੱਛੇ ਜੇ ਸਾਲ ਕੁ ਪਹਿਲਾਂ ਚੰਡੀਗੜ੍ਹ 'ਚ ਵੀ ਸਕੀਮ ਸ਼ੁਰੂ ਹੋਈ ਬਾਈਕ ਸ਼ੇਅਰਿੰਗ ਦੀ ਸਕੀਮ, ਜਿਹੜੇ ਚੰਡੀਗੜ੍ਹ ਮੁਹਾਲੀ ਵਾਲੇ ਬੱਚੇ ਆ ਉਹਨਾਂ ਨੂੰ ਪਤਾ ਹੋਊਗਾ। ਸੋ ਇਹ ਬਾਈਕ ਸ਼ੇਅਰਿੰਗ ਸਕੀਮ ਹੈ, ਜਿਵੇਂ ਉਹ ਵਾਈਟ ਕਰਤੀਆਂ ਬਾਈਕਸ ਤੇ ਕਹਿੰਦੇ ਲੌਕ ਖੋਲ ਕੇ ਰੱਖ ਦਿੱਤੀਆਂ ਸ਼ਹਿਰ ਦੀ ਵੱਖਰੀ ਲੋਕੇਸ਼ਨਸ ਦੇ ਉੱਤੇ। ਆਪਣਾ ਇਹ ਪਹਿਲਾ ਪੈਰਾਗ੍ਰਾਫ ਸੀਗਾ। ਚਲੋ ਜਾਂਦੇ ਹਾਂ ਕੁਐਸਚਨਸ ਦੇ ਵਿੱਚ ਤੇ ਦੇਖਦੇ ਹਾਂ ਕਿ ਕਿਸੇ ਕੁਐਸਚਨ ਦੇ ਨਾਲ ਮੈਚ ਕਰਦਾ ਇਹ ਕਿ ਨਹੀਂ ਕਰਦਾ। ਪਹਿਲਾ ਹੈ ਆਪਣਾ ਅ ਡਿਸਕ੍ਰਿਪਸ਼ਨ ਆਫ ਹਾਊ ਪੀਪਲ ਮਿਸਯੂਜ਼ਡ ਅ ਬਾਈਕ ਸ਼ੇਅਰਿੰਗ ਸਕੀਮ। ਇਹਦੇ ਵਿੱਚ ਆਪਣੀ ਕੋਈ ਮਿਸਯੂਜ਼ ਦੀ ਗੱਲ ਹੋਈ ਹੈ ਜਾਂ ਨਹੀਂ, ਥੋੜਾ ਜਿਹਾ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ, ਜਿਵੇਂ ਕਿ ਮੰਨ ਲਓ ਕਿਸੇ ਕੀਵਰਡ ਤੋਂ ਪਤਾ ਲੱਗ ਸਕਦਾ, ਬਟ ਆਪਾਂ ਨੂੰ ਉਹਦੇ ਲਈ ਆਪਾਂ ਪੂਰੇ ਕੁਐਸਚਨ ਪੜ੍ਹਨੇ ਆ, ਫਿਰ ਕਲੀਅਰ ਹੋਊਗਾ। ਐਨ ਐਕਸਪਲੇਨੇਸ਼ਨ of why a proposed bike sharing scheme was turned down। ਇਦਾਂ ਦੀ ਕੋਈ ਗੱਲ ਨਹੀਂ ਹੋਈ ਕਿ ਬਾਈਕ ਸ਼ੇਅਰਿੰਗ ਦੀ ਸਕੀਮ ਆਪਾਂ ਛੱਡ ਕਿਉਂ ਦਿੱਤੀ, ਟਰਨ ਡਾਊਨ ਕਿਉਂ ਕਰਤੀ, ਇਦਾਂ ਦੀ ਕੋਈ ਗੱਲ ਨਹੀਂ ਹੋਈ। ਹਾਲੇ ਤਾਂ ਆਪਾਂ ਪ੍ਰਪੋਜ਼ ਕੀਤੀ ਹੈ ਪਹਿਲੇ ਪੈਰਾਗ੍ਰਾਫ ਦੇ ਵਿੱਚ। a reference to a person being unable to profit from their work, ਇਦਾਂ ਦੇ ਕਿਸੇ ਬੰਦੇ ਦੀ ਗੱਲ ਨਹੀਂ ਹੋਈ ਜਿਹਨੂੰ ਪ੍ਰੋਫਿਟ ਨਾ ਹੋਇਆ ਹੋਵੇ, ਲਾਸ ਹੋ ਗਿਆ ਹੋਵੇ। an explanation of the potential savings a bike sharing scheme would bring, ਕੋਈ ਸੇਵਿੰਗਸ ਦੀ ਗੱਲ ਨਹੀਂ ਹੋਈ। a reference to ਪੈਸੇ ਧੇਲੇ ਦੀ ਕੋਈ ਗੱਲ ਹੀ ਨਹੀਂ ਹੋਈ ਇਹਦੇ ਵਿੱਚ। a reference to the problems a bike sharing scheme was intended to solve। ਹੁਣ ਆਪਾਂ ਇਹਦੇ ਵਿੱਚ ਗੱਲ ਕੀਤੀ ਸੀ, ਤੁਹਾਨੂੰ ਯਾਦ ਹੈ, 에ਅਰ ਪੋਲਿਊਸ਼ਨ ਸੋਲਵ ਕਰੂਗੀ, ਕੰਜ਼ਿਊਮਰਿਜ਼ਮ ਨੂੰ ਸੋਲਵ ਕਰੂਗੀ। ਤੇ 18th ਆਪਣਾ ਜਿਹੜਾ ਕੁਐਸਚਨ ਆ ਇਹ ਕਹਿ ਰਿਹਾ a reference to the problems a bike sharing scheme was intended to solve। ਸੋ ਕਿਹੜੀਆਂ ਪ੍ਰੋਬਲਮ ਸੋਲਵ ਕਰਨੀਆਂ ਉਹਨੂੰ ਰੈਫਰ ਕਰੇ। ਸੋ ਆਪਣਾ 18ਵੇਂ ਦਾ ਆਪਾਂ ਲਾ ਦਿੰਦੇ ਆ A, ਠੀਕ ਹੈ ਜੀ। ਹੁਣ ਜਦੋਂ ਇਹਦਾ A ਲਗਾ ਦਿੱਤਾ, ਇੱਕ ਚੀਜ਼ ਬੜੇ ਧਿਆਨ ਨਾਲ ਪੜ੍ਹਨੀ ਹੈ ਇਹਦੀਆਂ ਇੰਸਟਰਕਸ਼ਨਸ ਦੇ ਵਿੱਚ ਦੇਖੋ ਲਿਖਿਆ ਹੋਇਆ ਯੂ ਮੇ ਯੂਜ਼ ਐਨੀ ਲੈਟਰ ਮੋਰ ਦੈਨ ਵਨਸ। ਹੁਣ ਇਹਦਾ ਕੀ ਮਤਲਬ ਹੈ, 18ਵੇਂ ਦਾ ਜਦੋਂ ਆਪਾਂ A ਪੈਰਾਗ੍ਰਾਫ ਲਾ ਦਿੱਤਾ, ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਬਾਕੀ ਕਿਸੇ ਵੀ ਕੁਐਸਚਨ ਦਾ A ਪੈਰਾਗ੍ਰਾਫ ਨਹੀਂ ਹੋ ਸਕਦਾ, ਇਦਾਂ ਬਿਲਕੁਲ ਨਹੀਂ ਕਰਨਾ। A ਪੈਰਾਗ੍ਰਾਫ ਨੂੰ ਆਪਾਂ ਕਲੋਜ਼ ਨਹੀਂ ਕਰਨਾ, ਸਿਰਫ 18th ਕੁਐਸਚਨ ਨੂੰ ਕਲੋਜ਼ ਕਰਨਾ ਕਿ 18th ਹੋ ਗਿਆ, ਹੁਣ ਬਾਕੀ ਸਾਰੇ ਪੜਾਂਗੇ। ਪਰ ਪੈਰਾਗ੍ਰਾਫ A ਜਿਹੜਾ ਉਹ ਕਿਸੇ ਹੋਰ ਦਾ ਆਨਸਰ ਵੀ ਹੋ ਸਕਦਾ ਹੈ, ਪਰ ਆਪਾਂ ਹੁਣ ਪੜ੍ਹ ਲਿਆ, ਸੋ A ਕਿਸੇ ਦਾ ਆਨਸਰ ਨਹੀਂ ਹੈ। ਇਹ ਮੈਂ ਤੁਹਾਨੂੰ ਇਸ ਲਈ ਐਕਸਪਲੇਨ ਕਰ ਰਿਹਾ ਕਿ ਅੱਗੇ ਜਿਹੜੇ ਪੈਰਾਗ੍ਰਾਫ ਆਉਣਗੇ ਉਹ ਕਿਸੇ ਨਾ ਕਿਸੇ ਕੁਐਸਚਨ ਦੇ ਡਬਲ ਆਨਸਰ ਹੋ ਸਕਦੇ ਆ, ਜਦੋਂ ਉਹਨਾਂ ਨੇ ਇੰਸਟਰਕਸ਼ਨਸ ਦੇ ਵਿੱਚ ਇਦਾਂ ਲਿਖਿਆ ਉਦੋਂ। ਚਲੋ ਨੈਕਸਟ ਪੜ੍ਹੀਏ ਆਪਾਂ B ਪੈਰਾਗ੍ਰਾਫ। ਹੁਣ ਕੋਈ ਇਹਨਾਂ ਨੇ ਡੱਚ ਨੇਮ ਲਿਖਿਆ, ਅਗੇਨ ਇਹ ਬੜਾ ਔਖਾ ਜਿਹਾ ਨਾਂ ਹੈ, ਆਪਾਂ ਕਾਹਦੇ ਲਈ ਇਹਦੇ ਪੰਗੇ 'ਚ ਪੈਣਾ। A Dutch industrial engineer who still lives and cycles in Amsterdam was heavily involved in the original scheme. He recalls how the scheme succeeded in attracting a great deal of attention, particularly when it came to publicizing Provo's aims, but struggled to get off the ground. The police were opposed to Provo's initiatives, and almost as soon as the white bikes were distributed around the city, they removed them. ਸੋ ਕਹਿੰਦਾ ਵੀ ਜਦੋਂ ਜਿਹੜੀਆਂ ਵਾਈਟ ਬਾਈਕਸ ਸਿਟੀ ਦੇ ਅਰਾਊਂਡ ਰੱਖੀਆਂ ਸੀ, ਪੁਲਿਸ ਨੇ ਉਹਨਾਂ ਨੂੰ ਰਿਮੂਵ ਕਰ ਦਿੱਤਾ ਉੱਥੋਂ। ਹੁਣ ਦੇਖਦੇ ਹਾਂ ਇਹਦਾ ਕਾਰਨ ਅੱਗੇ ਦਿੱਤਾ ਹੋਇਆ ਜਾਂ ਨਹੀਂ ਦਿੱਤਾ। However, for Schimmelpenninck and for bike sharing schemes in general, this was just the beginning. The first Whitfit's plan was just a symbolic thing, he says. ਸੋ ਕਹਿੰਦਾ ਕਿ ਕੋਈ ਗੱਲ ਨਹੀਂ, ਪੁਲਿਸ ਨੇ ਜੇ ਰਿਮੂਵ ਕਰਤਾ, ਇਹ ਤਾਂ ਇੱਕ ਸਿੰਬੋਲਿਕ ਚੀਜ਼ ਸੀਗੀ, ਇਹ ਸਾਡੀ ਪਹਿਲੀ ਟਰਾਈ ਸੀਗੀ, ਇਹ ਕੋਈ ਫਾਈਨਲ ਟਰਾਈ ਨਹੀਂ ਸੀ, ਅਸੀਂ ਦੁਬਾਰਾ ਟਰਾਈ ਕਰਾਂਗੇ ਨਵੇਂ ਤਰੀਕੇ ਦੇ ਨਾਲ। We painted a few bikes white, that was all in the first attempt. So things got more serious when I became a member of the Amsterdam City Council 2 years later. ਹੁਣ ਦੇਖੋ ਆਪਾਂ ਪੈਰਾਗ੍ਰਾਫ ਪੜ੍ਹ ਲਿਆ, ਕੁਐਸਚਨ ਆਪਾਂ ਇੱਕ ਵਾਰੀ ਪੜ੍ਹ ਕੇ ਆ ਗਏ ਹਾਂ, ਸਾਡੇ ਦਿਮਾਗ 'ਚ ਆਈਡੀਆ ਹੈਗਾ। ਇੱਦਾਂ ਦੀ ਕਿਸੇ ਵੀ ਕੁਐਸਚਨ 'ਚ ਕੋਈ ਗੱਲਬਾਤ ਨਹੀਂ ਸੀ ਦਿਖੀ। ਜੇ ਮੈਨੂੰ ਇੱਦਾਂ ਲੱਗ ਰਿਹਾ, ਜੇ ਤੁਹਾਨੂੰ ਫਿਰ ਵੀ ਕੋਈ ਕਨਫਿਊਜ਼ਨ ਆ, ਆਪਾਂ ਇੱਕ ਵਾਰੀ ਕੁਐਸਚਨ ਦੇਖ ਲੈਂਦੇ ਹਾਂ ਕਿ B ਦੇ ਨਾਲ ਕੋਈ ਮਿਲਦਾ ਜੁਲਦਾ ਹੈਗਾ ਕਿ ਨਹੀਂ। A description of how people misused the bike sharing scheme, ਇਹਦੇ ਬਾਰੇ ਕੋਈ ਗੱਲ ਨਹੀਂ ਹੋਈ ਵੀ ਬਾਈਕਸ ਦਾ ਮਿਸਯੂਜ਼ ਕਿੱਦਾਂ ਕੀਤਾ ਲੋਕਾਂ ਨੇ। An explanation of why a proposed bike sharing scheme was turned down, ਕਿਉਂ ਟਰਨ ਡਾਊਨ ਹੋ ਗਈ ਸੀ, ਉਹਦੀ ਐਕਸਪਲੇਨੇਸ਼ਨ ਨਹੀਂ ਦਿੱਤੀ। ਦੇਖੋ ਇੱਥੇ ਤੁਸੀਂ ਕਨਫਿਊਜ਼ ਹੋ ਸਕਦੇ ਹੋ 15 ਦੇ ਵਿੱਚ ਕਿ ਸਕੀਮ ਟਰਨ ਡਾਊਨ ਕਰਤੀ, ਪੁਲਿਸ ਨੇ ਬਾਈਕਸ ਚੁੱਕ ਲਈਆਂ, ਪਰ ਕੀ ਉਹਦੀ ਐਕਸਪਲੇਨੇਸ਼ਨ ਦਿੱਤੀ ਪੁਲਿਸ ਨੇ ਕਿ ਕਿਉਂ ਚੁੱਕੀਆਂ? ਇਦਾਂ ਦੀ ਕੋਈ ਐਕਸਪਲੇਨੇਸ਼ਨ ਨਹੀਂ ਹੈਗੀ ਆਪਣੇ ਪੈਰਾਗ੍ਰਾਫ B ਦੇ ਵਿੱਚ। ਸੋ 15ਵਾਂ ਆਪਣਾ ਨਹੀਂ ਆਉਣਾ, ਇਹ ਕਨਫਿਊਜ਼ ਕਰਨ ਲਈ ਦਿੱਤਾ ਹੋਇਆ 15ਵੇਂ ਦਾ B ਜਿਹੜਾ ਤੁਸੀਂ ਲਾ ਦਿਓ ਗਲਤੀ ਨਾਲ।
A reference to a person being unable to profit from their work, इतना ਦਾ ਕੁਝ ਨਹੀਂ ਹੈਗਾ। 17th है an explanation of the potential savings a bike sharing scheme would bring, कोई savings ਦੀ ਗੱਲ ਨਹੀਂ ਹੋਈ। ਤੇ 18th ਤਾਂ ਆਪਣਾ ਸੋਲਵ ਹੋ ਹੀ ਚੁੱਕਾ ਹੈ, ਸੋ ਆਪਣਾ ਕਿਸੇ ਦਾ ਕੋਈ ਆਨਸਰ ਨਹੀਂ ਹੈਗਾ ਇੱਥੇ। 15th ਵਾਲੇ ਤੋਂ ਬਚ ਕੇ ਰਹੋ, ਉਹਦਾ ਆਨਸਰ ਹੈ ਨਹੀਂ ਹੈ ਇੱਥੇ। ਚਲੋ C ਪੜ੍ਹਦੇ ਹਾਂ ਅੱਗੇ ਆਪਾਂ। Schimmelpenninck seized this opportunity to present a more elaborate Fit's plan to the city council. My idea was that the municipality of Amsterdam would distribute 10,000 white bikes over the city for everyone to use, he explains. ਉਹ ਕਹਿੰਦਾ ਕਿ ਪਹਿਲਾ ਖਰਾਬ ਹੋ ਗਿਆ ਆਪਣਾ ਪਲਾਨ, ਕੋਈ ਗੱਲ ਨਹੀਂ, ਬਟ ਮੈਂ ਦੁਬਾਰਾ ਪਲਾਨ ਲੈ ਕੇ ਆਇਆ ਨਵਾਂ। ਹੁਣ 10,000 ਬਾਈਕਸ ਆਪਾਂ ਰੱਖਣੀਆਂ ਵਾਈਟ ਜਿਨ੍ਹਾਂ ਦਾ ਕਲਰ ਕਰਕੇ, ਤੇ ਐਮਸਟਰਡਮ ਆਲ ਓਵਰ ਦ ਸਿਟੀ ਆਪਾਂ ਰੱਖ ਦੇਣੀਆਂ ਉਹ ਬਾਈਕਸ। I made serious calculations. It turned out that a white bicycle per person per kilometer would cost the municipality only 10% of what it contributed to the public transport per person per kilometer. देखो कुछ रिंग कर some bell is ringing I think कि ਇਹ ਕਹਿ ਰਿਹਾ ਕਿ ਜਿਹੜੀ ਪਬਲਿਕ ਟਰਾਂਸਪੋਰਟ ਕੋਈ ਹੋਰ ਹੈ, ਕਾਰਾਂ ਚੱਲਦੀਆਂ, ਟੈਕਸੀਆਂ ਚੱਲਦੀਆਂ, ਬੱਸਾਂ ਚੱਲਦੀਆਂ, ਉਹਨਾਂ ਦਾ ਸਿਰਫ 10% ਖਰਚਾ ਹੋਊਗਾ ਜੇ ਆਪਾਂ 10,000 ਬਾਈਕਸ ਵੀ ਰੱਖ ਦਿੱਤੀਆਂ ਪੂਰੇ ਸ਼ਹਿਰ ਦੇ ਵਿੱਚ। ਇਹਦਾ ਮਤਲਬ ਹੈ ਉਹ ਸੇਵਿੰਗ ਦੀ ਗੱਲ ਕਰ ਰਿਹਾ। ਆਪਣਾ ਇਦਾਂ ਦਾ ਕੋਈ ਕੁਐਸਚਨ ਸੀਗਾ, ਯਾਦ ਆ ਰਿਹਾ ਹੋਊਗਾ ਤੁਹਾਨੂੰ ਕਿ ਇਸ ਪਲਾਨ ਨਾਲ ਸੇਵਿੰਗ ਕਿੱਦਾਂ ਹੋਊਗੀ। ਸੋ ਚਲੋ ਅੱਗੇ ਪੜ੍ਹਦੇ ਹਾਂ, ਇੱਕ ਵਾਰੀ ਆਪਾਂ ਪੈਰਾਗ੍ਰਾਫ ਪੂਰਾ ਪੜ੍ਹਦੇ ਹਾਂ। Nevertheless, the council unanimously rejected the plan. They said that bicycle belongs to the past. They saw a glorious future for the cars, says Schimmelpenninck, but he was not in the least discouraged. ठीक है जी, plan turn down हो गया again, ਸੇਵਿੰਗ ਦੀ ਗੱਲ ਵੀ ਹੋਈ ਹੈ, ਪਲਾਨ ਟਰਨ ਡਾਊਨ ਦੀ ਗੱਲ ਵੀ ਹੋਈ ਹੈ। ਆਪਣੇ ਕੋਲ 2-3 ਕੁਐਸਚਨ ਸੀਗੇ ਇਦਾਂ ਦੇ, ਆਪਾਂ ਕੁਐਸਚਨ 'ਚ ਹੀ ਚੱਲਦੇ ਹਾਂ ਤੇ ਉੱਥੇ ਹੀ ਜਾ ਕੇ ਗੱਲ ਕਰਦੇ ਹਾਂ। ਕੁਐਸਚਨ ਆਪਣੇ ਕੋਲ ਪਹਿਲਾ, a description of how people misused bike sharing scheme। misuse ਦੀ ਹਾਲੇ ਇਸ ਪੈਰਾਗ੍ਰਾਫ ਦੇ ਵਿੱਚ ਕੋਈ ਗੱਲ ਨਹੀਂ ਹੋਈ, ਪੈਰਾਗ੍ਰਾਫ ਨੰਬਰ C ਹੈ ਆਪਣਾ। 15th ਕੁਐਸਚਨ ਹੈ an explanation of why a proposed bike sharing scheme was turned down। ਹੁਣ ਦੇਖੋ ਕਿ ਇਹਦਾ ਰੀਜ਼ਨ ਦਿੱਤਾ ਸੀਗਾ ਕਾਉਂਸਲ ਨੂੰ, ਜਦੋਂ ਉਹਨੇ ਪ੍ਰਪੋਜ਼ ਕੀਤਾ ਤਾਂ ਉਹਨਾਂ ਨੇ ਰੀਜ਼ਨ ਦਿੱਤਾ ਸੀ ਉੱਥੇ ਕਿ ਬਈ ਬਾਈਕ ਜਿਹੜੀ ਆ ਉਹ ਪੁਰਾਣੇ ਜ਼ਮਾਨੇ ਦੀ ਗੱਲ ਹੈ, ਬਾਈਕ ਤੇ ਨਹੀਂ ਆਪਾਂ ਹੁਣ ਕਰਨਾ ਟਰੈਵਲ, ਆਪਾਂ ਕਾਰਸ 'ਚ ਹੀ ਟਰੈਵਲ ਕਰਨਾ ਹੈ। ਸੋ ਇਹਦਾ C ਹੋ ਸਕਦਾ ਹੈ, ਇਹਦੇ ਪ੍ਰੋਬੇਬਲ ਹੈ, ਇਹਦੇ ਅੱਗੇ ਲਿਖ ਕੇ ਰੱਖ ਲੈਣਾ ਆਪਾਂ ਕਿ C ਹੈ, ਹਾਲੇ ਕਨਫਰਮ ਨਹੀਂ ਹੈ। ਅ ਰੈਫਰੈਂਸ ਟੂ ਅ ਪਰਸਨ ਬੀਇੰਗ ਅਨਏਬਲ ਟੂ ਪ੍ਰੋਫਿਟ ਫਰਮ देयर ਵਰਕ, ਕੋਈ ਇਦਾਂ ਦੇ ਬੰਦੇ ਦੀ ਗੱਲ ਹੋਈ ਜਿਹਦਾ ਪ੍ਰੋਫਿਟ ਨਾ ਹੋਇਆ ਹੋਵੇ, ਇਦਾਂ ਦੀ ਕੋਈ ਗੱਲ ਨਹੀਂ ਹੋਈ, ਕਿਉਂਕਿ ਸ਼ਿਮਲਪੈਨਿਕ ਜਿਹਨੇ ਪਲਾਨ ਬਣਾਇਆ ਸੀ ਉਹਨੇ ਕੋਈ ਪੈਸੇ ਨਹੀਂ ਸੀ ਲਾਏ ਇਹਦੇ ਵਿੱਚ, ਉਹਦਾ ਕੋਈ ਪੈਸੇ ਦਾ ਲਾਸ ਨਹੀਂ ਹੋਇਆ। ਜੇ ਹੋਇਆ ਵੀ ਹੋਊਗਾ ਤਾਂ ਇਸ ਪੈਰਾਗ੍ਰਾਫ ਦੇ ਵਿੱਚ ਇਦਾਂ ਦਾ ਕੁਝ ਨਹੀਂ ਦੱਸਿਆ। ਸੋ 16 ਆਪਣਾ ਕ੍ਰਾਸ ਹੋ ਗਿਆ। 17 ਹੈ ਆਪਣਾ ਅੱਗੇ an explanation of the potential savings a bike sharing scheme would bring। ਹੁਣ ਦੇਖੋ ਸੇਵਿੰਗਸ ਦੀ ਗੱਲ ਹੋਈ ਸੀ ਇਸ ਪੈਰਾਗ੍ਰਾਫ ਦੇ ਵਿੱਚ, ਉਹਨੇ ਗੱਲ ਕੀਤੀ ਸੀ ਕਿ ਪਬਲਿਕ ਟਰਾਂਸਪੋਰਟ ਤੇ ਜਿੰਨਾ ਖਰਚਾ ਹੋਊਗਾ ਉਹਦਾ 10% ਖਰਚਾ ਹੋਊਗਾ ਜੇ ਆਪਾਂ ਬਾਈਕਸ ਰੱਖ ਦਾਂਗੇ, 10,000 ਬਾਈਕਸ ਰੱਖ ਦਾਂਗੇ ਤਾਂ। ਸੋ ਸੇਵਿੰਗਸ ਦੀ ਗੱਲ ਵੀ ਹੋਈ ਸੀ ਤੇ ਸਕੀਮ ਟਰਨ ਡਾਊਨ ਕਿਉਂ ਹੋਈ ਉਹਦੀ ਐਕਸਪਲੇਨੇਸ਼ਨ ਵੀ ਦਿੱਤੀ ਸੀ। ਆਪਣੇ 15th ਐਂਡ 17th ਕੁਐਸਚਨ ਦੋਨਾਂ ਦਾ ਆਨਸਰ C ਲੱਗੂਗਾ ਇਸ ਕੇਸ ਦੇ ਵਿੱਚ ਮੇਰੇ ਅਕੋਰਡਿੰਗਲੀ। ਆਪਾਂ ਬਾਅਦ ਚੈੱਕ ਕਰਦੇ ਹਾਂ ਕਿ ਕੀ ਆਨਸਰ ਆਏਗਾ। ਬਟ ਹੁਣ ਇੱਕ C ਪੈਰਾਗ੍ਰਾਫ 2 ਕੁਐਸਚਨਸ ਲਈ ਆ ਗਿਆ, ਇਹ ਚੀਜ਼ ਨੋਟ ਕਰੋ ਕਿ C ਜੇ ਇੱਕ ਤੇ ਆ ਗਿਆ ਉਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਉੱਥੇ ਹੀ ਕੁਐਸਚਨ ਪੜ੍ਹਨੇ ਬੰਦ ਕਰ ਦੇਣੇ ਆ। ਜਦੋਂ 15th ਦਾ C ਆਪਾਂ ਨੂੰ ਲੱਗਾ ਕਿ 15 ਪੜ੍ਹਿਆ ਉਹਦਾ ਲੱਗਾ ਕਿ C ਹੈ ਸਾਨੂੰ, ਬਟ ਜੇ ਆਪਾਂ ਉੱਥੇ ਹੀ ਰੁਕ ਜਾਂਦੇ ਤੇ 17 ਸਾਡਾ ਆਨਸਰ ਸਹੀ ਨਹੀਂ ਸੀ ਸਾਨੂੰ ਪਤਾ ਲੱਗਣਾ। ਸੋ 17 ਆਪਾਂ ਸਾਰੇ ਕੁਐਸਚਨ ਪੜ੍ਹਨੇ ਆ। ਸੋ ਆਪਣੇ ਸੋਲਵ ਹੋ ਗਿਆ ਜੀ 15th 17 ਐਂਡ 18th, 2 ਕੁਐਸਚਨ ਰਹਿ ਗਏ 14 ਐਂਡ 16। ਚਲੋ ਵਾਪਸ ਚੱਲੀਏ ਤੇ D ਪੜ੍ਹੀਏ, D ਦੇ ਵਿੱਚ ਕੀ ਕਹਿੰਦਾ ਹੈ ਆਥਰ। Schimmelpenninck never stopped believing in bike sharing, and in the mid-90s 2 Danes asked for his help to set up a system in Copenhagen। ਹੁਣ ਇਹਨੇ ਪਹਿਲਾਂ ਸ਼ਿਮਲਪੈਨਿਕ ਨੇ ਟਰਾਈ ਕੀਤਾ ਸੀ ਐਮਸਟਰਡਮ ਦੇ ਵਿੱਚ, ਉੱਥੇ ਦਾ ਇਹਦੀ ਗੱਲ ਬਣੀ ਨਹੀਂ, ਪਰ 2 ਡੇਨ ਬੰਦਿਆਂ ਨੇ ਇਹਨੂੰ ਕਿਹਾ ਵੀ ਤੂੰ ਕੋਪਨਹੈਗਨ 'ਚ ਆ ਕੇ ਸਾਡੇ ਲਈ ਇਹ ਪਲਾਨ ਬਣਾ ਤੇ ਉੱਥੇ ਦੇਖਦੇ ਹਾਂ ਕਿੱਦਾਂ ਕੰਮ ਕਰਦਾ। The result was the world's first large-scale bike sharing program. It worked on a deposit. You dropped a coin in the bike and when you returned it, you got your money back. After setting up the Danish system, Schimmelpenninck decided to try his luck again in the Netherlands, and this time he succeeded in arousing the interest of the Dutch Ministry of Transport. Times had changed, he recalls.
people had become more environmentally conscious and the Danish experiment had proved that bike sharing was real possibility. ਹੁਣ ਦੇਖੋ ਆਪਾਂ ਇੱਥੇ ਤੱਕ ਪੜ੍ਹ ਰਹੇ ਹਾਂ, ਆਪਣੇ ਦੋ ਕੁਐਸਚਨ ਰਹਿੰਦੇ ਆ। ਇੱਕ ਚੀਜ਼ ਆ ਟਾਈਮ ਸੇਵ ਕਰਨ ਵਾਲੀ ਇੱਕ ਇਹ ਟਿਪ ਹੈ, ਇਹ ਟਿਪ ਨੂੰ ਪੱਲੇ ਬੰਨ ਲਓ। ਆਪਾਂ ਪੜ੍ਹਿਆ, ਅੱਧਾ ਪੈਰਾਗ੍ਰਾਫ ਪੜ੍ਹਿਆ, ਅੱਧਾ ਹਲੇ ਰਹਿੰਦਾ, ਪਰ ਆਪਾਂ ਨੂੰ ਹਲੇ ਤੱਕ ਇੱਥੇ ਕੋਈ ਵੀ ਇਦਾਂ ਦੀ ਗੱਲ ਨਹੀਂ ਲੱਭ ਰਹੀ ਜਿਹੜੇ ਉਹ ਦੋ ਕੁਐਸਚਨ ਸਾਡੇ ਰਹਿੰਦੇ ਉਹਨਾਂ ਦੇ ਨਾਲ ਮਿਲਦੀ ਹੋਵੇ। ਸੋ ਆਪਾਂ ਨੂੰ ਇਸ ਪੈਰਾਗ੍ਰਾਫ ਨੂੰ ਅੱਗੇ ਪੜ੍ਹਨ ਦੀ ਲੋੜ ਨਹੀਂ ਹੈ, ਜ਼ਰੂਰੀ ਨਹੀਂ ਹੈ ਆਪਾਂ ਸਾਰੇ ਪੈਰਾਗ੍ਰਾਫ ਪੂਰੇ ਪੜ੍ਹਨੇ ਆ। ਇਸ ਪੈਰਾਗ੍ਰਾਫ ਨੂੰ ਆਪਾਂ ਇੱਥੇ ਹੀ ਛੱਡ ਕੇ ਅੱਗੇ ਤੁਰ ਸਕਦੇ ਹਾਂ। ਅੱਗੇ ਸਾਡਾ ਪੈਰਾਗ੍ਰਾਫ ਹੈ E 'ਚ ਕਹਿੰਦਾ ਹੈ ਕਿ ਥੀਓ ਮੋਲਿਨਾਰ who was a system designer for the project worked alongside Schimmelpenninck. I remember when we were testing the bike racks, he announced that he had already designed better ones. But of course we had to go through with the ones we had. The system, however, was prone to vandalism and theft. After every weekend, there would always be a couple of bikes missing. ਆਇਆ ਕੁਛ ਖਿਆਲ? ਆਪਣਾ ਇੱਕ ਕੁਐਸਚਨ ਸੀਗਾ, ਪਤਾ ਨਹੀਂ ਕਿਹੜਾ ਨੰਬਰ ਸੀਗਾ ਕੁਐਸਚਨ ਦਾ, ਪਰ ਕੁਐਸਚਨ ਸੀਗਾ ਕਿ ਕੋਈ ਪ੍ਰੋਬਲਮ ਆਈ ਬਾਈਕ ਸ਼ੇਅਰਿੰਗ ਸਕੀਮ ਦੇ ਵਿੱਚ, ਉਹ ਪ੍ਰੋਬਲਮ ਆਈ ਹੈ ਤਾਂ ਉਹ ਦੱਸੋ। ਸੋ ਇੱਥੇ ਇਹ ਪ੍ਰੋਬਲਮ ਦੱਸ ਰਿਹਾ ਕਿ ਆਪਣੀਆਂ ਕਹਿੰਦਾ ਕਿ ਹਰ ਵੀਕਐਂਡ ਤੇ ਕੁਝ ਬਾਈਕਸ ਮਿਸਿੰਗ ਹੋ ਜਾਂਦੀਆਂ ਸੀ, ਮਤਲਬ ਚੋਰੀ ਹੋ ਜਾਂਦੀਆਂ ਸੀ। I really have no idea what people did with them because they could instantly be recognized as white bikes. ਕਹਿੰਦਾ ਕੋਈ ਆਈਡੀਆ ਨਹੀਂ ਹੈ ਵੀ ਲੋਕੀ ਚੁੱਕਦੇ ਕਿਉਂ ਸੀ, ਕਿਉਂਕਿ ਉਹ ਵਾਈਟ ਬਾਈਕਸ ਤਾਂ ਸਾਰਿਆਂ ਨੂੰ ਪਤਾ ਸੀਗਾ ਕਿ ਵਾਈਟ ਬਾਈਕਸ ਬਾਈਕ ਸ਼ੇਅਰਿੰਗ ਪ੍ਰੋਗਰਾਮ ਦੇ ਅੰਡਰ ਦੀਆਂ ਬਾਈਕਸ ਹੈ, ਉਹਨਾਂ ਨੂੰ ਕਿਤੇ ਉਹ ਵਰਤ ਨਹੀਂ ਸੀ ਸਕਦੇ, ਪਰ ਤਾਂ ਵੀ ਲੋਕੀ ਚੋਰੀ ਕਰਕੇ ਲੈ ਜਾਂਦੇ ਸੀ। ਉਹਦਾ ਰੀਜ਼ਨ ਨਹੀਂ ਪਤਾ ਕਿਉਂ। ਬਟ ਦ ਬਿਗੇਸਟ ਬਲੋ ਕੇਮ when Post Bank decided to abolish the chip card because it was not profitable. ਹੁਣ ਦੇਖੋ ਆਪਾਂ ਇੱਕ ਪੈਰਾਗ੍ਰਾਫ ਪਿੱਛੋਂ ਛੱਡ ਕੇ ਆਏ ਹਾਂ, ਅੱਧਾ ਪੈਰਾਗ੍ਰਾਫ ਛੱਡਿਆ ਵਿੱਚੋਂ ਟਾਈਮ ਬਚਾਉਣ ਦੇ ਲਈ। ਇਹ ਜਿਹੜਾ ਚਿਪ ਕਾਰਡ ਦੀ ਗੱਲ ਕਰ ਰਿਹਾ ਨਾ, ਇਹ ਜ਼ਰੂਰ ਉਸ ਪੈਰਾਗ੍ਰਾਫ ਦੇ ਵਿੱਚ ਗੱਲ ਹੋਈ ਹੋਊਗੀ। ਸੋ ਇੱਥੇ ਕਨਫਿਊਜ਼ ਨਹੀਂ ਹੋਣਾ ਕਿ ਚਿਪ ਕਾਰਡ ਕਿਹੜਾ ਆ ਗਿਆ, ਪੋਸਟ ਬੈਂਕ ਕਿਹੜੀ ਆ ਗਈ ਬੈਂਕ। ਬਸ ਇਹਨੂੰ ਮੰਨ ਕੇ ਚੱਲ ਲਓ ਕਿ ਪੋਸਟ ਬੈਂਕ ਨੇ ਚਿਪ ਕਾਰਡ ਬੰਦ ਕਰਤਾ। ਉਹਦੇ ਅੱਗੇ ਦੇਖਦੇ ਹਾਂ ਕੀ ਕਹਿੰਦਾ। That chip card was pivotal to the system. ਕਹਿੰਦਾ ਕਿ ਚਿਪ ਕਾਰਡ ਆਪਣਾ ਬਾਈਕ ਸ਼ੇਅਰਿੰਗ ਸਿਸਟਮ ਜਿਹੜਾ ਸੀ ਉਹਨੂੰ ਚਲਾਉਣ ਦੇ ਲਈ ਬਹੁਤ ਜ਼ਰੂਰੀ ਸੀਗਾ ਤੇ ਉਹ ਪੋਸਟ ਬੈਂਕ ਨੇ ਬੰਦ ਕਰਤਾ। ਮਤਲਬ ਇਸ ਪੈਰਾਗ੍ਰਾਫ ਦੇ ਵਿੱਚ ਸਾਨੂੰ ਦੋ ਚੀਜ਼ਾਂ ਮਿਲ ਗਈਆਂ ਜਿਹੜੀਆਂ ਕਹਿ ਰਹੀਆਂ ਕਿ ਬਾਈਕ ਸ਼ੇਅਰਿੰਗ ਦੇ ਵਿੱਚ ਪ੍ਰੋਬਲਮਸ ਆਈਆਂ ਸਾਨੂੰ ਚਲਾਉਣ ਦੇ ਲਈ। ਸੋ ਚਲੋ ਆਪਾਂ ਚੱਲਦੇ ਹਾਂ ਕੁਐਸਚਨਸ ਦੇ ਵਿੱਚ ਤੇ ਦੇਖੀਏ ਕਿਹੜੇ ਕੁਐਸਚਨ ਦੇ ਨਾਲ ਈ ਮੈਚ ਕਰ ਰਿਹਾ। A description of how people misused the bike sharing scheme. ਇਹਦੇ ਨਾਲ ਬਿਲਕੁਲ ਮੈਚ ਕਰ ਰਿਹਾ ਜੀ। ਪੀਪਲ ਕਿੱਦਾਂ ਲੋਕਾਂ ਨੇ ਮਿਸਯੂਜ਼ ਕੀਤਾ ਇਹਦਾ, ਉਹ ਦੱਸ ਰਿਹਾ ਕਿ ਵੀ ਚੋਰੀ ਹੋ ਜਾਂਦੀਆਂ ਸੀ ਬਾਈਕਸ। ਸੋ 14ਵੇਂ ਦਾ ਆਪਾਂ ਈ ਨੋਟ ਕਰਕੇ ਰੱਖ ਲੈਂਦੇ ਹਾਂ। ਇੱਕ ਹੋਰ ਕੁਐਸਚਨ ਆਪਣਾ ਰਹਿ ਗਿਆ 16ਵਾਂ ਜਿਹੜਾ a reference to a person being unable to profit from their work. ਹੁਣ ਹਾਲੇ ਤੱਕ ਆਪਾਂ ਨੂੰ ਇਦਾਂ ਦਾ ਬੰਦਾ ਨਹੀਂ ਲੱਭਾ ਕਿ ਜਿਹਨੂੰ ਪ੍ਰੋਫਿਟ ਨਾ ਹੋਇਆ ਹੋਵੇ, ਇਹ ਰਹਿੰਦਾ ਆਪਣਾ। ਬਾਕੀ 14 15 17 18 ਕੁਐਸਚਨ ਆਪਣੇ ਹੋ ਗਏ। 16ਵੇਂ ਦਾ ਕੁਐਸਚਨ ਆਪਾਂ ਸੋਲਵ ਕਰਨ ਚੱਲਦੇ ਹਾਂ। ਚਲੋ ਨੈਕਸਟ ਪੈਰਾਗ੍ਰਾਫ ਪੜ੍ਹਦੇ ਹਾਂ। ਐਫ 'ਚ ਕਹਿੰਦਾ ਕਿ Schimmelpenninck was disappointed but characteristically not for long. In 2002, he got a call from the French advertising corporation JC Decox, who wanted to set up his bike sharing scheme in Vienna. ਕਿਸੇ ਫ੍ਰੈਂਚ ਪਰਸਨ ਨੇ ਆਪਣੇ Schimmelpenninck ਨੂੰ ਬੁਲਾਇਆ ਕਿ ਵੀ ਮੇਰੇ ਕੋਲ ਆ ਕੇ ਬਾਈਕ ਸ਼ੇਅਰਿੰਗ ਸਕੀਮ ਸੈੱਟ ਕਰਕੇ ਦਿਖਾ ਮੈਨੂੰ। That went really well. After Vienna, they set up a system in Lyon. Then in 2007 Paris followed. 3-4 ਸ਼ਹਿਰਾਂ 'ਚ ਨਾਲ ਦੀ ਨਾਲ ਉਹਨੇ ਫ੍ਰੈਂਚ ਜਿਹੜਾ ਬੰਦਾ ਸੀ ਉਹਨੇ ਸੈਟਅਪ ਕਰਾਇਆ ਬਾਈਕ ਸ਼ੇਅਰਿੰਗ ਸਕੀਮ। That was a decisive moment in the history of bike sharing scheme. ਹੁਣ ਦੇਖੋ ਜਿਹੜੇ ਬੰਦੇ ਤੁਹਾਨੂੰ ਕਹਿੰਦੇ ਆ, ਮੈਂ ਇਹ ਵੀ ਟਿਪ ਕਈ ਵਾਰੀ ਬੱਚਿਆਂ ਨੂੰ ਕਹਿੰਦੇ ਹੋਏ ਸੁਣੀ ਹੈ, ਪਹਿਲੀ ਲਾਈਨ ਪੜ੍ਹ ਲਓ, ਅਖੀਰਲੀ ਲਾਈਨ ਪੜ੍ਹ ਲਓ ਤੇ ਉੱਥੋਂ ਦੇਖ ਲਓ ਵੀ ਕਿਹੜੀ ਹੈਡਿੰਗ ਨਾਲ ਮੈਚ ਕਰ ਰਿਹਾ। ਹੁਣ ਤੁਸੀਂ ਪਹਿਲੀ ਲਾਈਨ ਪੜ੍ਹ ਚੁੱਕੇ ਹੋ ਤਾਂ ਦੱਸੋ ਇਹਦਾ ਆਨਸਰ ਕਿਤੇ ਆ ਰਿਹਾ? ਕੋਈ ਕਿਸੇ 16ਵੇਂ ਨਾਲ ਮਿਲ ਰਿਹਾ ਜਾਂ 17 ਜਿਹੜਾ ਵੀ 17ਵਾਂ 18ਵਾਂ ਕਿਸੇ ਨਾਲ ਮਿਲ ਰਿਹਾ? ਇਦਾਂ ਦਾ ਨਹੀਂ, ਇਦਾਂ ਨਹੀਂ ਹੁੰਦਾ। ਇਸ ਟਿਪ ਨੂੰ ਰਿਜੈਕਟ ਕਰ ਦਿਓ। ਲਿਸਟ ਆਫ ਹੈਡਿੰਗ ਦਾ ਸਭ ਤੋਂ ਵੱਡਾ ਫਾਇਦਾ ਇਹੀ ਹੁੰਦਾ ਕਿ ਤੁਸੀਂ ਪੂਰਾ ਪੈਸੇਜ ਪੜ੍ਹਦੇ ਹੋ, ਜਿਹਦਾ ਕਰਕੇ ਤੁਸੀਂ ਆਪਣੇ ਅੱਗੇ ਵਾਲੇ ਕੁਐਸਚਨ ਸੋਲਵ ਕਰ ਸਕਦੇ ਹੋ। ਸੋ ਇਸ ਪੜ੍ਹਨ ਵਾਲੇ ਟਾਈਮ ਨੂੰ ਸੇਵ ਨਾ ਕਰੋ, ਪੈਸੇਜ ਨੂੰ ਪੜ੍ਹ ਲਓ, ਪੈਰਾਗ੍ਰਾਫ ਨੂੰ ਪੜ੍ਹ ਲਓ। ਅੱਗੇ ਕਹਿੰਦਾ the huge and unexpected success of the Parisian bike sharing program, which now boasts more than 20,000 bicycles, inspired cities all over the world to set up their own schemes, all modeled on Schimmelpenninck's model. So it's wonderful that this happened, he says, but financially I didn't really benefit from it because I never filed for a patent. And देखो
ਸ਼ਿਮਲ ਪੈਨਿਕ ਨੇ ਇਹ ਸਕੀਮ ਬਣਾਈ ਸੀ ਬਾਈਕ ਸ਼ੇਅਰਿੰਗ ਦੀ, ਸਭ ਤੋਂ ਪਹਿਲਾਂ ਇਹਨੇ ਲਾਂਚ ਕੀਤੀ ਸੀ, ਪਰ ਉਹ ਕਹਿੰਦਾ ਮੈਂ ਕੋਈ ਪੇਟੈਂਟ ਨਹੀਂ ਸੀ ਕਰਾਇਆ। ਸਾਰੇ ਦੁਨੀਆ ਦੇ ਵਿੱਚ ਇਹ ਫੇਮਸ ਹੋ ਰਹੀ ਹੈ ਸਕੀਮ, ਚੰਡੀਗੜ੍ਹ 'ਚ ਲਾਗੂ ਕੀਤੀ ਹੈ ਜਿੱਦਾਂ ਤੁਹਾਨੂੰ ਦੱਸਿਆ। ਜੇ ਸ਼ਿਮਲ ਪੈਨਿਕ ਨੇ ਪੇਟੈਂਟ ਕਰਾਇਆ ਹੁੰਦਾ ਤਾਂ ਜਿਹੜੀ ਚੰਡੀਗੜ੍ਹ 'ਚ ਵੀ ਸਕੀਮ ਲਾਗੂ ਕੀਤੀ ਹੈ ਇਹਦੇ ਲਈ ਵੀ ਉਹਨੂੰ ਪੈਸੇ ਮਿਲਣੇ ਸੀਗੇ ਫਿਰ। ਤਾਂ ਜਿੱਦਾਂ ਉਹ ਕਹਿੰਦਾ ਦੁਨੀਆ 'ਚ ਜਿੱਥੇ ਜਿੱਥੇ ਲਾਗੂ ਕੀਤੀ ਹੈ ਸਕੀਮ ਉੱਥੋਂ ਮੈਨੂੰ ਕੋਈ ਫਾਈਨੈਂਸ਼ੀਅਲ ਬੈਨੀਫਿਟ ਨਹੀਂ ਹੋਇਆ। ਸੋ ਆਪਣਾ ਇਦਾਂ ਦਾ ਇੱਕ ਕੁਐਸਚਨ ਸੀਗਾ 16ਵਾਂ ਮੇਰੇ ਖਿਆਲ, ਜਿੱਥੇ ਕਹਿੰਦਾ ਸੀ ਵੀ ਪ੍ਰੋਫਿਟ ਨਹੀਂ ਹੋਇਆ। ਚਲੋ ਕੁਐਸਚਨ ਦੇਖਦੇ ਹਾਂ ਕੀ ਹੈ। 16th question ਹੈ a reference to a person being unable to profit from their work। ਦੇਖੋ ਲਾਸ ਦੀ ਗੱਲ ਨਹੀਂ ਹੋ ਰਹੀ ਇਹ ਕਿ ਲਾਸ ਹੋ ਗਿਆ, unable to profit ਹੈ ਕਿ ਪ੍ਰੋਫਿਟ ਹੋ ਸਕਦਾ ਸੀ ਪਰ ਹੋਇਆ ਨਹੀਂ। ਉਹੀ ਸ਼ਿਮਲ ਪੈਨਿਕ ਨੇ ਕਿਹਾ। ਪੈਰਾਗ੍ਰਾਫ ਆਪਣਾ ਸੀ F, 16 ਦਾ ਆਪਣੇ ਕੋਲ ਆ ਗਿਆ F। ਆਪਣੇ ਸਾਰੇ ਕੁਐਸਚਨ ਹੋ ਗਏ, ਇਸ ਤੋਂ ਅੱਗੇ ਪੈਰਾਗ੍ਰਾਫ ਪੜ੍ਹਨ ਦੀ ਹੁਣ ਲੋੜ ਨਹੀਂ ਹੈ। ਸੋ ਇਹ ਤਾਂ ਹੈ ਜਿੱਦਾਂ ਮੈਂ ਸੋਲਵ ਕਰਦਾ ਲਿਸਟ ਆਫ ਹੈਡਿੰਗਸ, ਤੁਸੀਂ ਵੀ ਬਿਲਕੁਲ ਇਸੇ ਹੀ ਤਰੀਕੇ ਨਾਲ ਸੋਲਵ ਕਰੋ। ਇਹਦਾ ਕੋਈ ਸ਼ਾਰਟਕਟ ਨਹੀਂ ਹੈਗਾ, ਲਿਸਟ ਆਫ ਹੈਡਿੰਗਸ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ। ਪੈਰਾਗ੍ਰਾਫ ਪੜ੍ਹਨੇ ਹੀ ਪੈਂਦੇ ਆ ਆਪਾਂ ਨੂੰ, ਇਹਨੂੰ ਸਕਿਪ ਨਾ ਕਰੋ, ਬਹੁਤ ਫਾਇਦੇ 'ਚ ਰਹੋਗੇ। ਤੇ ਜੇ ਵੀਡੀਓ ਵਧੀਆ ਲੱਗੀ ਤੁਹਾਨੂੰ ਲਾਈਕ ਕਰੋ ਜ਼ਰੂਰ ਵੀਡੀਓ ਨੂੰ, ਕਮੈਂਟ ਕਰੋ ਕਿ ਹੋਰ ਇੰਪਰੂਵ ਕਰੀਏ ਅੱਗੇ ਤੇ ਕਿਹੜੀਆਂ ਹੋਰ ਨਵੀਆਂ ਵੀਡੀਓਜ਼ ਲੈ ਕੇ ਆਈਏ ਤੁਹਾਡੇ ਲਈ। ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ।